ਹੈਲੋ एवरीवन, ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ। ਮੇਰਾ ਨਾਮ ਹੈ ਸੰਦੀਪ ਸਿੰਘ। ਆਪਾਂ ਟਰਾਂਸਫਾਰਮਰ ਚੈਪਟਰ ਜਿਹੜਾ ਸ਼ੁਰੂ ਕੀਤਾ ਹੋਇਆ ਸੀਗਾ। ਪਿਛਲੀ ਕਲਾਸ 'ਚ ਆਪਾਂ ਆਈਡੀਅਲ ਟਰਾਂਸਫਾਰਮਰ ਬਾਰੇ ਥੋੜ੍ਹੀ ਡਿਟੇਲ 'ਚ ਵਿਸਥਾਰ 'ਚ ਗੱਲ ਕੀਤੀ ਸੀਗੀ ਅਤੇ ਚੈਪਟਰ ਦੇ ਲੈਕਚਰ ਦੇ ਅੰਤ 'ਤੇ ਆ ਕੇ ਤੁਹਾਨੂੰ ਥੋੜ੍ਹਾ ਜਿਹਾ ਇਨਪੁਟ ਪਾਵਰ ਅਤੇ ਆਊਟਪੁੱਟ ਪਾਵਰ ਬਾਰੇ ਦੱਸਿਆ ਸੀਗਾ। ਪਾਵਰ ਟ੍ਰਾਇੰਗਲ ਬਾਰੇ ਦੱਸਿਆ ਸੀਗਾ ਕਿ ਬੇਸ 'ਤੇ ਹੁੰਦੀ ਹੈ ਐਕਟਿਵ ਪਾਵਰ, ਹਾਈਟ 'ਤੇ ਹੁੰਦੀ ਹੈ ਰਿਐਕਟਿਵ ਪਾਵਰ, ਅਤੇ ਪਾਇਥਾਗੋਰਸ ਥਿਊਰਮ ਨਾਲ ਆਪਣੇ ਕੋਲ ਬੇਸ ਸਕੁਏਅਰ ਪਲੱਸ ਹਾਈਟ ਦਾ ਸਕੁਏਅਰ ਅਤੇ ਇਹਦਾ ਅੰਡਰ ਰੂਟ ਆ ਜਾਂਦੀ ਹੈ ਐਪਰੈਂਟ ਪਾਵਰ। ਠੀਕ ਹੈ ਜੀ। ਆਈ ਹੋਪ ਕਿ ਪਿਛਲਾ ਲੈਕਚਰ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਸੀਗਾ। ਅੱਜ ਆਪਾਂ ਜਿਹੜੀ ਚੀਜ਼ ਬਾਰੇ ਗੱਲ ਕਰਨ ਲੱਗੇ ਹਾਂ ਉਹ ਹੈਗਾ ਐਫੀਸ਼ੀਐਂਸੀ ਆਫ ਅ ਟਰਾਂਸਫਾਰਮਰ। ਐਫੀਸ਼ੀਐਂਸੀ ਦਾ ਮਤਲਬ ਕੀ ਹੈ ਕਿ ਐਫੀਸ਼ੀਐਂਸੀ ਹੁੰਦੀ ਹੈ ਰੇਸ਼ੋ ਆਊਟਪੁੱਟ ਪਾਵਰ ਦੀ ਰੀਅਲ ਆਊਟਪੁੱਟ ਪਾਵਰ ਦੀ ਰੀਅਲ ਇਨਪੁੱਟ ਪਾਵਰ ਦੇ ਨਾਲ। ਇਹ ਕਿਸ ਚੀਜ਼ ਨੂੰ ਮਾਪਦੀ ਹੈ ਕਿ ਆਪਾਂ ਇਨਪੁੱਟ ਕਿੰਨਾ ਦੇ ਰਹੇ ਹਾਂ ਅਤੇ ਉਹਦੇ ਬਦਲੇ ਆਪਾਂ ਨੂੰ ਆਊਟਪੁੱਟ ਕਿੰਨਾ ਮਿਲ ਰਿਹਾ। ਮਤਲਬ ਇਸ ਚੀਜ਼ ਨੂੰ ਇਹ ਮਾਪਦੀ ਹੈ ਕਿ ਆਪਾਂ ਕਿੰਨਾ ਇਨਪੁੱਟ ਦੇ ਰਹੇ ਹਾਂ, ਉਹਦੇ ਬਦਲੇ ਆਪਾਂ ਨੂੰ ਆਊਟਪੁੱਟ ਕਿੰਨਾ ਮਿਲ ਰਿਹਾ, ਵੀ ਰੀਅਲ ਇਨਪੁੱਟ ਪਾਵਰ ਕਿੰਨੀ ਹੈ ਅਤੇ ਰੀਅਲ ਆਊਟਪੁੱਟ ਪਾਵਰ ਆਪਾਂ ਨੂੰ ਕਿੰਨੀ ਮਿਲ ਰਹੀ ਹੈ। ਠੀਕ ਹੈ। ਹੁਣ ਟਰਾਂਸਫਾਰਮਰ 'ਚ ਕੀ ਆਪਾਂ ਕਾਫੀ ਵਾਰੀ ਕਰ ਚੁੱਕੇ ਹਾਂ ਕਿ ਇੱਕ ਕੋਰ ਹੈ ਪੈਰਸ ਮਟੀਰੀਅਲ ਦੀ, ਉਹਦੇ 'ਤੇ ਵਾਈਂਡਿੰਗ ਹੈ। ਠੀਕ ਹੈ ਜੀ। ਜਿਹੜੀ ਵਾਈਂਡਿੰਗ ਹੈ ਇਹ ਮੰਨ ਲਓ ਕਾਪਰ ਦੀ ਹੈ ਅਤੇ ਕੋਰ ਜਿਹੜਾ ਫੈਰਸ ਮਟੀਰੀਅਲ ਹੈ ਇਹ ਸਪੋਜ਼ ਕਰੋ ਸੌਫਟ ਆਇਰਨ ਹੈ। ਠੀਕ ਹੈ। ਹੁਣ ਟਰਾਂਸਫਾਰਮਰ 'ਚ ਆਪਾਂ ਕੀ ਦੇਖਿਆ ਸੀ ਕਿ ਆਪਾਂ ਇਨਪੁੱਟ ਦਿੱਤੀ। ਠੀਕ ਹੈ ਜੀ। ਅਲਟਰਨੇਟਿੰਗ ਵੋਲਟੇਜ, ਕਰੰਟ ਫਲੋ ਕਰਨ ਲੱਗ ਗਿਆ IP। ਇਸ ਦਾ ਨੋਮਨਕਲੇਚਰ ਚੇਂਜ ਕਰ ਲਓ। ਪ੍ਰਾਇਮਰੀ ਨੂੰ ਵੋਲਟੇਜ ਦਿੱਤੀ ਆਪਾਂ VP ਆਊਗਾ ਇੱਥੇ। ਠੀਕ ਹੈ ਨਾ। ਇਨਪੁੱਟ ਵੋਲਟੇਜ ਦਿੱਤੀ ਪ੍ਰਾਇਮਰੀ ਸਾਈਡ 'ਤੇ, ਇਨਪੁੱਟ ਕਰੰਟ ਫਲੋ ਕਰਨ ਲੱਗ ਗਿਆ। ਜਦੋਂ ਵਾਈਂਡਿੰਗ 'ਚ ਕਰੰਟ ਫਲੋ ਕਰੇਗਾ ਤਾਂ ਇਸ ਸਾਈਡ ਐਂਟਰ ਕਰੇਗਾ, ਆਪਾਂ ਡਾਟ ਲਗਾਤਾ। ਠੀਕ ਹੈ ਜੀ। ਫਿਰ ਹੁਣ ਇਹ 'ਚ ਅਲਟਰਨੇਟਿੰਗ ਕਰੰਟ ਫਲੋ ਕਰੇਗਾ ਤਾਂ ਫਲਕਸ ਹੋਏਗਾ ਪ੍ਰੋਡਿਊਸ ਫਾਈ। ਠੀਕ ਹੈ ਜੀ। ਇਹਦੇ ਕਰਕੇ ਇੱਧਰ EMF ਪੈਦਾ ਹੋਏਗੀ ਅਤੇ ਜੇ ਲੋਡ ਲਗਾਤਾ ਆਪਾਂ L ਤਾਂ ਸੈਕੰਡਰੀ ਕਰੰਟ ਫਲੋ ਕਰਨ ਲੱਗ ਜਾਏਗਾ ਅਤੇ ਟਰਮੀਨਲ ਵੋਲਟੇਜ VS ਇਹਦੇ ਅਕਰੋਸ ਪ੍ਰੋਡਿਊਸ ਹੋਊਗੀ। ਠੀਕ ਹੈ। ਹੁਣ ਸਮਝਣ ਵਾਲੀ ਗੱਲ ਕੀ ਹੈ ਕਿ ਆਪਾਂ ਆਈਡੀਅਲ ਟਰਾਂਸਫਾਰਮਰ ਦੀ ਗੱਲ ਕੀਤੀ ਸੀ ਵੀ ਉਹਦੇ ਵਾਈਂਡਿੰਗ ਕੋਈ ਲੋਸ ਨਹੀਂ ਹੁੰਦਾ, ਕੋਰ 'ਚ ਕੋਈ ਲੋਸ ਨਹੀਂ ਹੁੰਦਾ, ਲੀਕੇਜ ਫਲਕਸ ਕੋਈ ਨਹੀਂ ਹੁੰਦਾ। ਠੀਕ ਹੈ। ਉਹ ਵੀ ਇੱਕ ਤਰ੍ਹਾਂ ਦਾ ਕੋਰ 'ਚ ਹੀ ਲੋਸ ਹੋ ਗਿਆ। ਪਰ ਅਸਲੀਅਤ 'ਚ ਕੀ ਹੈ, ਜੇ ਆ ਕਾਪਰ ਦੀ ਵਾਈਂਡਿੰਗ ਹੈ ਤਾਂ ਇਹਦੀ ਕੁਛ ਆਪਦੀ ਰੈਜ਼ਿਸਟੈਂਸ ਹੋਏਗੀ। ਠੀਕ ਹੈ। ਆਪਾਂ ਨੂੰ ਪਤਾ ਹੈ, ਆਪਾਂ ਸਭ ਨੇ ਪੜ੍ਹਿਆ ਕਿ ਜੇ ਕਿਸੇ ਰਜਿਸਟਰ ਥਰੂ ਕਰੰਟ ਫਲੋ ਕਰਦਾ ਤਾਂ ਇਹਦੇ 'ਚ ਲੋਸ ਹੁੰਦਾ, ਜਿਹਨੂੰ ਆਪਾਂ ਲਿਖਦੇ ਹਾਂ I²R ਲੋਸ, ਅਤੇ ਇਹਨੂੰ ਕਹਿ ਦਿੰਦੇ ਹਾਂ ਆਪਾਂ ਓਹਮਿਕ ਲੋਸ। ਇਹ ਆਪਾਂ ਤੁਹਾਡੇ BEE ਸਬਜੈਕਟ 'ਚ ਸਾਰਾ ਪਹਿਲਾਂ ਕੀਤਾ ਹੋਇਆ। ਠੀਕ ਹੈ। ਇਸ ਤੋਂ ਇਲਾਵਾ ਕੀ ਹੈ
ਆਹ ਜਿਹੜੀ ਕੋਰ ਹੈ ਇਹ 'ਚ ਵੀ ਲੌਸਿਸ ਹੋਣਗੇ। ਠੀਕ ਹੈ, ਇਹ ਆਇਰਨ ਦੀ ਬਣੀ ਹੁੰਦੀ ਹੈ, ਇਹਨੂੰ ਲਿਖ ਦਿੰਦੇ PI ਲੌਸਿਸ। ਠੀਕ ਹੈ, ਹੁਣ ਗੱਲ ਦਾ ਨਿਚੋੜ ਕੀ ਨਿਕਲਿਆ ਕਿ ਆਪਾਂ ਇਨਪੁਟ ਪਾਵਰ ਦਿੱਤੀ, ਇਨਪੁਟ ਪਾਵਰ ਕਾਹਦੇ 'ਚ ਡਿਵਾਈਡ ਹੋਗੀ। ਇੱਕ ਤਾਂ ਜਿਹੜੀ ਰੀਅਲ ਪਾਵਰ ਦੀ ਗੱਲ ਕਰ ਰਿਹਾ ਇੱਥੇ ਮੈਂ ਇਕੱਲੀ, ਇੱਕ ਤਾਂ ਜਿਹੜੀ ਆਊਟਪੁੱਟ ਪਾਵਰ ਹੈ ਉਹਦੇ 'ਚ। ਠੀਕ ਹੈ, ਪਲੱਸ ਕੀ ਲੌਸਿਸ। ਲੌਸਿਸ ਕਿਹੜੇ ਕਿਹੜੇ ਕਾਹਦੇ 'ਚ ਹੋਗੀ, ਆਊਟਪੁੱਟ ਪਾਵਰ ਪਲੱਸ ਲੌਸਿਸ ਕਿਹੜੇ ਕਿਹੜੇ। ਇੱਕ ਤਾਂ ਜਿਹੜੇ ਸੀਗੇ ਆਪਣੇ ਓਹਮਿਕ ਲੌਸਿਸ I²R। ਠੀਕ ਹੈ, ਤੇ ਇੱਕ ਕਿਹੜੇ ਹੋ ਗਏ ਕੋਰ 'ਚ ਲੌਸਿਸ, ਜਿਹੜੀ ਕਿ ਆਇਰਨ ਦੀ ਬਣੀ ਹੁੰਦੀ ਹੈ PI ਲਿਖਤਾ ਇਹਨੂੰ ਆਪਾਂ। ਠੀਕ ਹੈ, ਇਹ ਸਭ ਨੂੰ ਸਮਝ ਆ ਗਿਆ। ਠੀਕ ਹੈ, ਹੁਣ ਐਫੀਸ਼ੀਐਂਸੀ ਤੁਹਾਨੂੰ ਮੈਂ ਦੱਸ ਚੁੱਕਿਆ, ਉਹ ਰੀਅਲ ਪਾਵਰ ਜਿਹੜੀ ਹੁੰਦੀ ਹੈ ਜਿਹਨੂੰ ਆਪਾਂ ਲਿਖਦੇ ਹਾਂ P ਨਾਲ, ਰੀਅਲ ਪਾਵਰ ਜਿਹੜੀ ਆਊਟਪੁੱਟ 'ਤੇ ਮਿਲ ਰਹੀ ਹੈ ਅਤੇ ਇਨਪੁੱਟ 'ਤੇ ਉਹਨਾਂ ਦੀ ਰੇਸ਼ੋ ਹੁੰਦੀ ਹੈ। ਠੀਕ ਹੈ, ਹੁਣ ਇਨਪੁੱਟ ਪਾਵਰ ਹੁਣੀ ਤੁਹਾਨੂੰ ਦੱਸਿਆ ਮੈਂ ਸਾਰਾ। ਇਨਪੁੱਟ ਪਾਵਰ ਕਾਹਦੇ 'ਚ ਡਿਵਾਈਡ ਹੁੰਦੀ ਹੈ, ਇੱਕ ਤਾਂ ਹੁੰਦੀ ਹੈ ਇਹ ਆਊਟਪੁੱਟ ਪਾਵਰ। ਠੀਕ ਹੈ, ਇੱਕ ਓਹਮਿਕ ਲੌਸਿਸ I²R ਪਲੱਸ ਇੱਕ ਆਇਰਨ ਲੌਸਿਸ PI। ਠੀਕ ਹੈ, ਹੁਣ ਐਫੀਸ਼ੀਐਂਸੀ ਇਹਨੂੰ ਡਿਨੋਟ ਕਰਦੇ ਹਾਂ, ਇਹਦੇ ਨਾਲ ਆਪਾਂ ਐਫੀਸ਼ੀਐਂਸੀ ਕਿਵੇਂ ਲਿਖ ਸਕਦੇ ਹਾਂ। ਹੁਣ ਆਪਾਂ ਲਿਖ ਸਕਦੇ ਪਾਵਰ ਆਊਟਪੁੱਟ ਬਟਾ ਪਾਵਰ ਇਨਪੁੱਟ ਸੀ ਨਾ, ਪਾਵਰ ਇਨਪੁੱਟ ਨੂੰ ਕੀ ਲਿਖ ਸਕਦੇ ਆਪਾਂ, ਪਾਵਰ ਆਊਟਪੁੱਟ ਪਲੱਸ ਲੌਸਿਸ I²R प्लस PI। ठीक है जी। ਹੁਣ ਆਊਟਪੁੱਟ ਪਾਵਰ ਆਪਾਂ ਪਿਛਲੇ ਲੈਕਚਰ 'ਚ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਜਿਹੜੀ ਆਊਟਪੁੱਟ ਪਾਵਰ ਸੀਗੀ ਉਹ ਕੀ ਸੀ, V2 I2 ਜਿਹੜੀ ਰੀਅਲ ਆਊਟਪੁੱਟ ਪਾਵਰ ਹੈ। ਇਹ ਪਿਛਲੇ ਲੈਕਚਰ 'ਚ ਆਪਾਂ ਕੀਤਾ ਹੀ ਸੀਗਾ, ਇਨਪੁੱਟ ਤੇ ਆਊਟਪੁੱਟ ਪਾਵਰ। ਠੀਕ ਹੈ, ਤਾਂ ਆਪਣੇ ਕੋਲ ਐਫੀਸ਼ੀਐਂਸੀ ਦਾ ਕੀ ਫਾਰਮੂਲਾ ਬਣ ਗਿਆ, ਆਹਾ ਆਊਟਪੁੱਟ ਪਾਵਰ V2 I2 cos phi2 बटा V2 I2 cos phi2। ठीक है, आउटपुट पावर जी की प्लस ओहमिक लॉसेस I2² R प्लस आयरन या कोर लॉसेस। ठीक है, हुण की है ਜਿਹੜਾ ਇਨਪੁੱਟ ਪਾਵਰ ਤੇ ਆਊਟਪੁੱਟ ਪਾਵਰ ਹੈ, ਇਹਨਾਂ ਦੋਨਾਂ ਨੂੰ ਆਪਾਂ ਇੱਕੋ ਯੂਨਿਟ 'ਚ ਲਿਖਦੇ ਹਾਂ ਤਾਂ ਅੰਡਰਸਟੂਡ ਹੀ ਹੈ ਹੈ ਜਾਂ ਤਾਂ ਦੋਨੇ ਚੀਜ਼ਾਂ ਆਪਾਂ ਵਾਟ 'ਚ ਮੈਜ਼ਰ ਕਰਾਂਗੇ, ਦੋਨੇ ਚੀਜ਼ਾਂ ਜਾਂ ਦੋਨੇ ਚੀਜ਼ਾਂ ਕਿਲੋਵਾਟ 'ਚ। ਠੀਕ ਹੈ ਜੀ। ਹੁਣ ਨੋਮਨਕਲੇਚਰ ਵੀ V2 ਦਾ ਕੀ ਮਤਲਬ ਹੈ, I2 ਦਾ ਕੀ ਮਤਲਬ ਹੈ, cos phi2 ਦਾ ਕੀ ਮਤਲਬ ਹੈ, ਇਹ ਸਾਰਾ ਪਿਛਲੇ ਲੈਕਚਰ 'ਚ ਵੀ ਵੈਸੇ ਤਾਂ ਮੈਂ ਤੁਹਾਨੂੰ ਦੱਸਦਾ ਸੀ, ਆਪਾਂ ਫੇਰ ਰਿਵਾਈਜ਼ ਕਰ ਲੈਂਦੇ ਹਾਂ। V2 ਕੀ ਹੈ, ਜਿਹੜੀ ਸੈਕੰਡਰੀ ਟਰਮੀਨਲ ਵੋਲਟੇਜ ਹੈ ਉਹਨੂੰ ਕਹਿੰਦੇ ਨੇ V2। I2 ਜਿਹੜਾ ਉਧਰ ਕਰੰਟ ਫਲੋ ਕਰ ਰਿਹਾ ਸੈਕੰਡਰੀ ਵਾਲੀ ਸਾਈਡ। cos phi2 ਕੀ ਹੈ, ਲੋਡ ਦਾ ਪਾਵਰ ਫੈਕਟਰ। ਠੀਕ ਹੈ, PI ਕੀ ਹੈ, ਆਇਰਨ ਲੌਸਿਸ। ਠੀਕ ਹੈ, ਆਇਰਨ ਲੌਸਿਸ ਆਪਾਂ ਅੱਗੇ ਕਰਾਂਗੇ। ਆਇਰਨ ਲੌਸਿਸ ਮੇਨਲੀ ਦੋ ਤਰ੍ਹਾਂ ਦੇ ਹੁੰਦੇ, ਕੋਰਸ ਲੌਸਿਸ, ਹਿਸਟੈਰਿਸਿਸ ਤੇ ਐਡੀ ਕਰੰਟ। PC ਕੀ ਹੋ ਗਏ, ਕਾਪਰ ਲੌਸਿਸ। ਠੀਕ ਹੈ, ਹੁਣ ਜੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਐਕਸਪਲੇਨ ਕਰਦਾ ਹਾਂ, ਫਿਰ ਆਪਾਂ ਕਾਫੀ ਵਾਰੀ ਫਿਗਰੇ ਕਰ ਚੁੱਕੇ ਹਾਂ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਭ ਨੂੰ ਇਹ ਸਮਝ ਆ ਗਿਆ ਹੋਊ ਹਾਲੇ ਤੱਕ। ਠੀਕ ਹੈ, ਆਪਾਂ ਇਨਪੁੱਟ ਵੋਲਟੇਜ ਦਿੱਤੀ ਅਲਟਰਨੇਟਿੰਗ VP, ਕਰੰਟ ਫਲੋ ਕਰਨ ਲੱਗਿਆ IP ਇਸ ਸਾਈਡ, ਫਲਕਸ ਫਾਈ, ਇੱਥੇ EMF ਪੈਦਾ ਹੋਈ, ਇਹਨੂੰ ES ਜਾਂ E2 ਲਿਖ ਸਕਦੇ ਹਾਂ। ਠੀਕ ਹੈ, ਜਾਂ ਇਹਨੂੰ ES ਲਿਖ ਸਕਦੇ ਹਾਂ। ਇੱਧਰ ਕਰੰਟ ਫਲੋ ਕਰਨ ਲੱਗਿਆ I2,
ਜਾਂ IS भी लिख सकते हैं इनू आपां। ਇੱਥੇ ਲੋਡ ਜਿਹੜਾ ਲੱਗਿਆ ਇਹਦੇ ਟਰਮੀਨਲ ਦੇ ਇਹਨਾਂ ਦੋਨਾਂ ਦੇ ਪਾਸੇ ਜਿਹੜੀ ਵੋਲਟੇਜ ਹੋਈ ਇਹਨੂੰ ਲਿਖ ਦਿੰਦੇ ਆਪਾਂ V2 ਜਾਂ VS। ਠੀਕ ਹੈ, ਤਾਂ V2 ਜਿਹੜੀ ਟਰਮੀਨਲ ਦੇ ਅਗੇਂਸਟ ਵੋਲਟੇਜ ਹੈ, I2 ਜਿਹੜਾ ਸੈਕੰਡਰੀ 'ਚ ਕਰੰਟ ਫਲੋ ਕਰ ਰਿਹਾ, cos φ2 ਜਿਹੜਾ ਇੱਧਰ ਪਾਵਰ ਫੈਕਟਰ ਹੈ। ਠੀਕ ਹੈ, ਆਇਰਨ ਲੌਸਿਸ ਜਿਹੜੇ ਕੋਰ 'ਚ ਲੌਸਿਸ ਹੋ ਰਹੇ ਆ, ਦੋ ਤਰ੍ਹਾਂ ਦੇ ਹੁੰਦੇ ਆ, ਹਿਸਟੈਰਿਸਿਸ ਤੇ ਐਡੀ ਕਰੰਟ ਲੌਸ। ਠੀਕ ਹੈ, ਤੇ PC ਕੀ ਹੈ, ਕਾਪਰ ਲੌਸਿਸ ਫੁੱਲ ਲੋਡ। ਠੀਕ ਹੈ, ਪੂਰੇ ਲੋਡ ਤੇ ਜੇ ਟਰਾਂਸਫਾਰਮਰ ਫੁੱਲੀ ਲੋਡਡ ਹੈ ਤਾਂ ਉਹਦੇ 'ਚ ਕਾਪਰ ਲੌਸਿਸ ਜਾਂ ਓਹਮਿਕ ਲੌਸਿਸ ਕਿੰਨੇ ਹੋਏ ਨੇ। ਠੀਕ ਹੈ, ਹੁਣ ਆਪਾਂ ਕੀ ਕਰਨ ਜਾ ਰਹੇ ਹਾਂ, ਹੁਣ ਆਪਾਂ ਕਰਨ ਜਾ ਰਹੇ ਹਾਂ ਕਿ ਮੈਕਸਿਮਮ ਐਫੀਸ਼ੀਐਂਸੀ, ਕਿ ਟਰਾਂਸਫਾਰਮਰ ਕਿਹੜੀ ਕੰਡੀਸ਼ਨ ਦੇ ਅੰਦਰ ਜਦੋਂ ਕੰਮ ਕਰੇਗਾ, ਜਦੋਂ ਆਪਾਂ ਨੂੰ ਪਾਵਰ ਜਿਹੜੀ ਆਊਟਪੁੱਟ ਤੇ ਪਾਵਰ ਮਿਲ ਰਹੀ ਹੈ ਉਹ ਮੈਕਸਿਮਮ ਮਿਲੇਗੀ, ਕਿ ਇਹਦੀ ਐਫੀਸ਼ੀਐਂਸੀ ਮੈਕਸਿਮਮ ਹੋਏਗੀ। ਠੀਕ ਹੈ, ਹੁਣ ਐਫੀਸ਼ੀਐਂਸੀ ਦਾ ਫਾਰਮੂਲਾ ਆਪਣੇ ਕੋਲ ਕੀ ਸੀਗਾ, ਆਹ ਜੀ, ਇਹਨੂੰ ਯਾਦ ਰੱਖਿਓ, ਇੰਪੋਰਟੈਂਟ ਫਾਰਮੂਲਾ ਇਹ ਆਪਾਂ ਹੁਣੀ ਕਰਕੇ ਹਟੇ। ਠੀਕ ਹੈ, ਹੁਣ ਕੀ ਹੈ, ਆਪਾਂ ਥਰੂ ਆਊਟ ਇਹਨੂੰ I2 ਨਾਲ ਡਿਵਾਈਡ ਕਰਤਾ, ਨਿਊਮੀਨੇਟਰ ਨਾਲ I2 ਡਿਵਾਈਡ ਕੀਤਾ, ਆ ਕੱਟਿਆ ਗਿਆ, ਡਿਨੋਮੀਨੇਟਰ 'ਚ I2 ਇੱਥੇ ਕੱਟਿਆ ਗਿਆ, ਇੱਥੇ I2 ਆ ਗਿਆ, ਇੱਥੇ ਸਕੁਏਅਰ ਕੱਟਿਆ ਗਿਆ। ਠੀਕ ਹੈ, ਹੁਣ ਕੀ ਹੈ, ਜਿਹੜਾ V2 ਹੈ ਟਰਮੀਨਲ ਵੋਲਟੇਜ ਹੈ, ਇਹ ਵੋਲਟੇਜ ਕਾਂਸਟੈਂਟ ਹੈ ਲਗਭਗ। ਠੀਕ ਹੈ, ਕੀ ਚੇਂਜ ਕਰੂਗਾ, ਕੱਲਾ ਜਿਹੜਾ I2 ਹੈ, I2 ਮੇਨਲੀ ਇਹੀ ਚੇਂਜ ਕਰੂਗਾ। ਠੀਕ ਹੈ ਨਾ, ਜਿੰਨਾ ਜ਼ਿਆਦਾ ਲੋਡ ਹੋਊਗਾ ਉਸ ਹਿਸਾਬ 'ਤੇ ਕਰੰਟ ਫਲੋ ਕਰੂਗਾ। ਠੀਕ ਹੈ ਨਾ, ਸਮਝੇ ਗੱਲ। ਤੇ ਇਸ ਦਾ ਕੀ ਮਤਲਬ ਬਣਦਾ ਹੈ ਕਿ ਜਿਹੜੀ ਐਫੀਸ਼ੀਐਂਸੀ ਹੈ ਉਹ ਇੱਥੇ ਜਿਹੜਾ ਡਿਨੋਮੀਨੇਟਰ ਹੈ ਆਹ, ਠੀਕ ਹੈ, ਕੱਲੀ ਇਸ 'ਤੇ ਡਿਪੈਂਡ ਕਰੂ, ਆਹ ਉੱਤੇ ਤਾਂ ਕੌਨਸਟੈਂਟ ਆ ਗਿਆ, ਆਹੀ ਕੱਲੀ ਕੁਆਂਟਿਟੀ ਚੇਂਜ ਹੁੰਦੀ ਹੈ। ਠੀਕ ਹੈ ਜੀ, ਹੁਣ ਡਿਨੋਮੀਨੇਟਰ ਦੀ ਵੈਲਿਊ ਜਦੋਂ ਮਿਨੀਮਮ ਹੋਵੇ, ਘੱਟੋ ਘੱਟ ਹੋਵੇ, ਉਦੋਂ ਐਫੀਸ਼ੀਐਂਸੀ ਮੈਕਸਿਮਮ ਹੋਏਗੀ। ਠੀਕ ਹੈ, ਹੁਣ ਕੀ ਆਪਾਂ ਡਿਨੋਮੀਨੇਟਰ ਦਾ ਕੀ ਹੈ, ਡੈਰੀਵੇਟਿਵ ਲੈ ਲਾਂਗੇ I2 ਦੇ ਵਿਦ ਰਿਸਪੈਕਟ ਟੂ, I = ਗਲਤ ਪਾਇਆ ਹੋਇਆ ਇੱਥੇ, ਡੈਰੀਵੇਟਿਵ ਲੈਣਾ। ਠੀਕ ਹੈ, ਹੁਣ ਪਹਿਲੀ ਟਰਮ 'ਚ I2 ਹੈ ਨਹੀਂਗਾ, ਇਹਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ I2 0 ਆ ਗਿਆ, ਦੂਜਾ ਆਹ ਆ ਗਿਆ -PI/PI/I2 ਦਾ ਸਕੁਏਅਰ, ਤੀਜੀ ਜਿਹੜੀ ਟਰਮ ਹੈ ਦਾ ਡੈਰੀਵੇਟਿਵ ਆਹ ਆ ਗਿਆ। ਹੁਣ ਮੈਕਸਿਮਮ ਐਫੀਸ਼ੀਐਂਸੀ ਦੇਖੋ ਕੀ ਫਾਰਮੂਲਾ ਬਣ ਗਿਆ ਆਪਣੇ ਕੋਲੇ, ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ ਇਹ ਮਸ਼ੀਨ 'ਚ। ਐਫੀਸ਼ੀਐਂਸੀ ਮੈਕਸਿਮਮ ਕਦੋਂ ਹੋਏਗੀ, ਜਦੋਂ ਆਇਰਨ ਲੌਸਿਸ ਓਹਮਿਕ ਲੌਸਿਸ ਦੇ ਬਰਾਬਰ ਹੋਣਗੇ। ਓਹਮਿਕ ਲੌਸਿਸ ਸੀ ਕਿ ਆਹ ਆਇਰਨ ਲੌਸਿਸ ਸੀ, ਉਦੋਂ ਐਫੀਸ਼ੀਐਂਸੀ ਮੈਕਸਿਮਮ ਹੋਏਗੀ। ਠੀਕ ਹੈ ਜੀ, ਸਮਝ ਗਏ। ਕੀ ਐਫੀਸ਼ੀਐਂਸੀ ਮੈਕਸਿਮਮ ਕਦੋਂ ਹੈ, ਜਦੋਂ ਕਾਪਰ ਲੌਸਿਸ ਆਇਰਨ ਲੌਸਿਸ ਦੇ ਬਰਾਬਰ ਹੋਣਗੇ। ਠੀਕ ਹੈ, ਹੁਣ ਕੀ ਹੈ, ਐਫੀਸ਼ੀਐਂਸੀ ਮੈਕਸਿਮਮ ਦਾ ਆਪਣੇ ਕੋਲ ਕੀ ਫਾਰਮੂਲਾ ਬਣ ਗਿਆ, ਪਹਿਲਾਂ ਹੁੰਦਾ ਸੀ ਪਾਵਰ ਆਊਟਪੁੱਟ ਬਟਾ ਪਾਵਰ ਆਊਟਪੁੱਟ ਪਲੱਸ ਆਇਰਨ ਜਾਂ ਕੋਰ ਲੌਸਿਸ ਪਲੱਸ ਓਹਮਿਕ ਲੌਸਿਸ। ਹੁਣ ਮੈਕਸਿਮਮ ਐਫੀਸ਼ੀਐਂਸੀ ਦੇ ਕੀ ਆ, ਆਹ ਇਹਦੇ ਬਰਾਬਰ ਹੋਊਗਾ, ਤੇ ਇਹ ਕੀ ਬਣ ਗਿਆ 2PI। ਕਿਉਂ, ਕਿਉਂਕਿ PC ਕਾਪਰ ਲੌਸਿਸ ਜਾਂ ਇਹਨੂੰ ਕਹਿੰਦੇ ਨੇ ਓਹਮਿਕ ਲੌਸਿਸ ਆਇਰਨ ਲੌਸਿਸ ਜਾਂ ਕੋਰ ਲੌਸ ਦੇ ਬਰਾਬਰ ਨੇ। ਠੀਕ ਹੈ, ਹੁਣ ਆਪਣੇ ਕੋਲੇ ਕੀ ਇਕੁਏਸ਼ਨ ਬਣੀ ਸੀਗੀ, ਕਾਪਰ ਲੌਸਿਸ
आयरन लॉसिस के बराबर ने। की आ गया अपने को इक्वेशन आ गई जी, ठीक है कि I2 कदों एफिशिएंसी मैक्सिमम होएगी जो करंट कितना फ्लो कर रहा है सेकेंडरी साइड से PI बटा RES, ठीक है। समझ गए सारे जने ये गल, ठीक है। हुण की है, मान लो एक्स आप एक चीज़ डिफाइन कर ली, एक्स की है उन्नी फ्रैक्शन फुल लोड KVA का जिते एफिशिएंसी मैक्सिमम है। मान लो की मतलब हो जाता कि फुल लोड ते KVA कुछ हैगी ट्रांसफार्मर की डिफाइंड, ठीक है। ये किन्ने परसेंटेज एक्स किन्ने फ्रैक्शन ते 0.5 या 0.6 मतलब 50% फ्रैक्शन या 60% फ्रैक्शन किन्नी फ्रैक्शन ते कॉपर लॉसिस है जोड़े वो आयरन लॉसिस के बराबर हो जाएंगे। वो फ्रैक्शन आप नाम दे लिया इत्थे एक्स, ठीक है। हुण की है जोड़े लॉसिस ने हुण मैक्सिमम एफिशिएंसी के जोड़े कॉपर लॉसिस ने, ठीक है, वो की हो जाएंगे जी अपने फुल लोड ते कॉपर लॉसिस है PC, ठीक है, उनका x², ठीक है। इतने x² का तो आया क्योंकि लॉसिस होंगे ने I²R। हुण मैक्सिमम KVA ते करंट फ्लो कर रहा I, हुण जिथे मैक्सिमम एफिशिएंसी है वो फ्रैक्शन की फ्लो कर रहा है XI फ्लो कर रहा है, करंट फ्लो कर रहा है XI, तो लॉसिस कितने हो जाएंगे x² PC, ठीक है जी। हुण की मतलब होया एफिशिएंसी मैक्सिमम कदों थी जो कॉपर लॉसिस एक्स लोड थे कादे बराबर ने आयरन लॉसिस थे, ठीक है। हुण ये की है x² जी फ्रैक्शन है फुल लोड कॉपर लॉसिस का वो बराबर हो गया PI आयरन लॉसिस दे, तो वो फ्रैक्शन लोडिंग जिते मैक्सिमम एफिशिएंसी होंगी है वो वैल्यू आ गई आयरन लॉसिस बटा फुल लोड कॉपर लॉसिस ਇਹਦਾ अंडर रूट, ठीक है जी। समझ गए सारे जने गल। ਇਹਦਾ मतलब की बन गया ਜਿਹੜੀ मैक्सिमम एफिशिएंसी किसी ट्रांसफार्मर की की होगी एक्स गुणा ਉਹਦੀ फुल लोड ਤੇ KVA किन्नी है, एक्स की वैल्यू आप कढ़ ही ली है, ठीक है। मैक्सिमम एफिशिएंसी किन्नी होगी PI बटा PC ਇਹਦਾ सारे का अंडर रूट इंटू फुल लोड KVA, ठीक है। हुण जे तुहानूं ट्रांसफार्मर की फुल लोड KVA पता होवे, आयरन लॉसिस पता होण, कॉपर लॉसिस पता होण, तो उसकी मैक्सिमम एफिशिएंसी कढ़ सकते हैं आप, है ना, ठीक है जी। आ गया जी, है कर ही चुके हैं आप कि मैक्सिमम एफिशिएंसी एक्स गुणा फुल लोड KVA, एक्स की वैल्यू इत्थे पुट कर दी, ठीक है जी। हुण PI की है आयरन लॉसिस,
पीसी की है कॉपर लॉसेस फुल लोड ते, ठीक है। ये सब ने ध्यान च रखना है, ठीक है। सो अज का अपना लैक्चर बस इन्ना ही सी। अज आप डिस्कस किए है लॉसेस ट्रांसफार्मर च, आयरन लॉसेस ते कॉपर लॉसेस, ठीक है। आयरन लॉसेस अजे आप डिटेल च पढ़ांगे, दो तरह के हिस्टैरिसिस ते एडी करंट। वैसे थोड़ा 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 मैं आइडिया पहला भी दे चुके हैं इन्हां दा, ठीक है। तो इन्हां दी मदद नाल आपां की स्टडी की है, एफिशिएंसी ट्रांसफार्मर दी। मैं उम्मीद करदा कि तुहानूं सब नूं एफिशिएंसी दा टॉपिक समझ आ गया होएगा। तो तुहाडा बहुत बहुत धन्नवाद मेरा लैक्चर लगाउण वास्ते। मिलते हैं अगले लैक्चर ते।